ਇੱਕ ਓਂਕਾਰ ਸਤਨਾਮ ਪੁਸਤਕ ਰਾਹੀਂ ਓਸ਼ੋ ਵੱਲੋਂ ਜਪਜੀ ਸਾਹਿਬ ਦੀ ਵਿਆਖਿਆ। ਸੱਚਖੰਡ ਵਸੈ ਨਿਰੰਕਾਰ। ਮਨੁੱਖ ਲਾਚਾਰ ਹੈ, ਪਰ ਤਦ ਤੀਕ ਹੀ ਜਦ ਤੱਕ ਪਰਮਾਤਮਾ ਤੋਂ ਦੂਰ ਹੈ। ਮਨੁੱਖ ਦੁਰਬਲ ਹੈ, ਦਰਿਦਰ ਹੈ, ਦੀਨ ਹੈ, ਲੇਕਿਨ ਤਦ ਤੱਕ ਜਦ ਤੱਕ ਪਰਮਾਤਮਾ ਤੋਂ ਦੂਰ ਹੈ। ਉਸ ਕੋਲੋਂ ਸਾਡੀ ਦੂਰੀ ਹੀ ਸਾਡੀ ਦਰਿਦਰਤਾ ਹੈ। ਜਿੰਨੇ ਅਸੀਂ ਉਸ ਦੇ ਕੋਲੋਂ ਦੂਰ ਹੁੰਦੇ ਜਾਂਦੇ ਹਾਂ, ਓਨਾ ਹੀ ਜੀਵਨ ਅਰਥਹੀਨ ਹੁੰਦਾ ਜਾਂਦਾ ਹੈ। ਪੱਛਮ ਵਿੱਚ ਇਸ ਸਦੀ 'ਚ ਬਹੁਤ ਸਾਰੇ ਵਿਚਾਰਕ ਹੋਏ ਜਿਨ੍ਹਾਂ ਦੀ ਅਜਿਹੀ ਪ੍ਰਤੀਤੀ ਹੈ ਕਿ ਜੀਵਨ 'ਚ ਨਾ ਕੋਈ ਅਰਥ ਹੈ, ਨਾ ਕੋਈ ਮਤਲਬ ਹੈ, ਨਾ ਕੋਈ ਨਿਯਤੀ ਹੈ। ਜੀਵਨ ਇੱਕ ਵਿਅਰਥ ਦੀ ਕਥਾ ਹੈ। ਅ ਟੇਲ ਟੋਲਡ ਬਾਈ ਐਨ ਈਡੀਅਟ ਫੁੱਲ ਆਫ ਨੋਇਜ਼ ਸਿਗਨੀਫਾਈਂਗ ਨਥਿੰਗ। ਜਿਵੇਂ ਕੋਈ ਮੂੜ ਕਹੇ ਇੱਕ ਕਹਾਣੀ, ਰੌਲਾ ਰੱਪਾ ਬਹੁਤ ਪਾਵੇ, ਪਰ ਅਰਥ ਉਹਦੇ ਵਿੱਚ ਬਿਲਕੁਲ ਨਾ ਹੋਵੇ। ਅਜਿਹਾ ਲੱਗੇਗਾ ਹੀ, ਅਜਿਹੀ ਪ੍ਰਤੀਤ ਹੋਏਗੀ। ਤੁਸੀਂ ਆਪਣੇ ਜੀਵਨ ਨੂੰ ਵੇਖੋ, ਸ਼ੋਰਗੁਲ ਬਹੁਤ ਹੈ। ਵੱਡੇ ਕੰਮ 'ਚ ਰੁੱਝੇ ਹੋਏ ਹੋ, ਟੁਰ ਹੀ ਨਹੀਂ ਰਹੇ, ਦੌੜ ਰਹੇ ਹੋ। ਪਰ ਕਦੇ ਪੁੱਛਿਆ ਆਪਣੇ ਕੋਲੋਂ ਕਿ ਕਿੱਥੇ ਪੁੱਜ ਰਹੇ ਹੋ? ਨੱਠ ਕੇ ਵੀ ਉੱਥੇ ਹੀ ਖਲੋਤੇ ਹੋ ਜਿੱਥੇ ਜਨਮ ਤੋਂ ਪਿੱਛੋਂ ਤੁਸੀਂ ਆਪਣੇ ਨੂੰ ਪਾਇਆ ਸੀ। ਰੱਤੀ ਭਰ ਵੀ ਪ੍ਰਾਪਤੀ ਨਹੀਂ ਹੋਈ। ਪਾਇਆ ਕੀ ਹੈ? ਜੇ ਹੱਥ ਵੇਖੋਗੇ ਤਾਂ ਖਾਲੀ ਹਨ। ਤਿਜੋਰੀ ਭਰ ਗਈ ਹੋਵੇ, ਪਰ ਇਹ ਤਿਜੋਰੀ ਇੱਥੇ ਪਈ ਰਹਿ ਜਾਏਗੀ। ਤੁਸੀਂ ਖਾਲੀ ਹੋ। ਤੁਸੀਂ ਜਿੰਨੇ ਵੀ ਭਰੇਪਨ ਦੇ ਸੁਪਨੇ ਵੇਖ ਰਹੇ ਹੋ, ਉਹਨਾਂ 'ਚ ਸੱਚਾਈ ਜ਼ਰਾ ਵੀ ਨਹੀਂ ਹੈ। ਤੁਸੀਂ ਕਿੰਨਾ ਹੀ ਇਕੱਠਾ ਕਰ ਲਓ ਸੰਸਾਰ ਦਾ, ਲੇਕਿਨ ਮਰਨ ਵੇਲੇ ਸੰਸਾਰ ਛੁੱਟ ਜਾਏਗਾ, ਅਤੇ ਜਿਹੜਾ ਛੁੱਟ ਹੀ ਜਾਣਾ ਹੈ ਉਹ ਤੁਹਾਡਾ ਹੋ ਕੇ ਵੀ ਤੁਹਾਡਾ ਨਹੀਂ ਹੋ ਪਾਉਂਦਾ। ਜਿਨ੍ਹਾਂ ਨੇ ਇਸ ਜਗਤ ਦੀ ਸੰਪਤੀ ਨੂੰ ਆਪਣਾ ਆਧਾਰ ਬਣਾਇਆ, ਉਹਨਾਂ ਨੇ ਰੇਤ ਉੱਤੇ ਮਹਿਲ ਖੜੇ ਕੀਤੇ ਹਨ। ਉਹ ਢੱਠਣਗੇ। ਤੁਸੀਂ ਕਿੰਨੀ ਦੇਰ ਆਪਣੇ ਆਪ ਨੂੰ ਧੋਖਾ ਦੇ ਸਕੋਗੇ? ਕਦੇ ਤਾਂ ਜਾਗੋਗੇ, ਕਦੇ ਤਾਂ ਹੋਸ਼ ਆਏਗਾ, ਕਦੇ ਤਾਂ ਵਿਚਾਰ ਕਰੋਗੇ ਕਿ ਇੰਨਾ ਟੁਰਿਆ, ਪੁੱਜਿਆ ਕਿਤੇ ਵੀ ਨਹੀਂ। ਤੁਹਾਡੀ ਹਾਲਤ ਕੋਹਲੂ ਦੇ ਬਲਦ ਵਰਗੀ ਹੈ। ਟੁਰਦਾ ਬਹੁਤ ਹੈ, ਟੁਰਦਾ ਹੀ ਰਹਿੰਦਾ ਹੈ। ਦਿਨ ਭਰ ਰੌਲਾ ਰੱਪਾ ਵੀ ਪੈਂਦਾ ਹੈ ਉਹਦੇ ਆਲੇ ਦੁਆਲੇ, ਕਿਉਂਕਿ ਤੇਲ ਨਿਕਲਦਾ ਹੈ, ਕਹਾਣੀ ਚੱਲਦੀ ਹੈ। ਪੁੱਜਦਾ ਕਿੱਥੇ ਹੈ? ਸ਼ਾਮ ਨੂੰ ਉੱਥੇ ਹੀ ਪਾਉਂਦਾ ਹੈ ਜਿੱਥੇ ਸਵੇਰੇ ਆਪਣੇ ਆਪ ਨੂੰ ਪਾਇਆ ਸੀ। ਫਿਰ ਕੱਲ੍ਹ ਸਵੇਰੇ ਉੱਥੇ ਹੀ ਯਾਤਰਾ ਹੋਏਗੀ। ਤੁਹਾਡਾ ਜੀਵਨ ਵੀ ਕੋਹਲੂ ਦੇ ਬੈਲ ਵਰਗਾ ਹੈ। ਤੁਸੀਂ ਕਿੰਨਾ ਹੀ ਸਜਾਓ, ਤੁਸੀਂ ਕਿੰਨਾ ਹੀ ਲੁਕਾਓ, ਤੁਸੀਂ ਕਿੰਨੇ ਹੀ ਉੱਪਰੋਂ ਰੰਗ ਰੋਗਨ ਕਰੋ, ਅੰਦਰ ਤੁਹਾਨੂੰ ਵੀ ਪਤਾ ਹੈ ਕਿ ਭਿਖਾਰੀ ਦਾ ਕਟੋਰਾ ਹੈ ਤੁਹਾਡਾ ਹਿਰਦਾ। ਮੰਗਦਾ ਹੈ, ਖਾਲੀ ਹੈ, ਭਰਦਾ ਕਦੇ ਵੀ ਨਹੀਂ। ਜਿੰਨਾ ਦੂਰ ਆਦਮੀ ਹੁੰਦਾ ਜਾਂਦਾ ਹੈ ਪਰਮਾਤਮਾ ਤੋਂ, ਓਨਾ ਹੀ ਦਰਿਦਰ ਹੁੰਦਾ ਜਾਂਦਾ ਹੈ। ਮਲਕੀਅਤ ਤਾਂ ਉਹਦੇ ਨਾਲ ਹੈ, ਅਸੀਂ ਕੇਵਲ ਦੂਰ ਹੀ ਹੁੰਦੇ ਹਾਂ। ਠੀਕ ਸੀ, ਅਸੀਂ ਉਹਦੇ ਉਲਟਾ। ਦੂਰ ਹੋਣਾ ਵੀ ਇੰਨਾ ਬੁਰਾ ਨਹੀਂ ਜਿੰਨਾ ਉਲਟ ਹੋਣਾ। ਅਸੀਂ ਜੋ ਵੀ ਕਰ ਰਹੇ ਹਾਂ ਉਸ ਤੋਂ ਵਿਪਰੀਤ ਹੈ। ਦੂਰ ਹੋ ਕੇ ਵੀ ਜੇਕਰ ਅਸੀਂ ਉਹਦੇ ਨਾਲ ਹੋਈਏ ਤਾਂ ਉਸੇ ਪਲ ਕ੍ਰਾਂਤੀ ਹੋ ਜਾਏ। ਜਿਵੇਂ ਕੋਈ ਆਦਮੀ ਨਦੀ 'ਚ ਪੁੱਠੀ ਧਾਰਾ 'ਚ ਵਗ ਰਿਹਾ ਹੋਵੇ, ਸਰੋਤ ਵੱਲ ਤੈਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਲੜਾਈ ਕਰ ਰਿਹਾ ਹੋਵੇ, ਉਹ ਨਦੀ ਤੋਂ ਦੂਰ ਹੀ ਨਹੀਂ ਹੈ, ਦੁਸ਼ਮਣ ਹੈ। ਮਜ਼ਾ ਇਹ ਹੈ ਕਿ ਤੁਸੀਂ ਜਿੰਨਾ ਨਦੀ ਨਾਲ ਲੜੋਗੇ, ਓਨਾ ਹੀ ਤੁਸੀਂ ਪਾਓਗੇ ਨਦੀ ਤੁਹਾਡੀ ਦੁਸ਼ਮਣ ਹੈ। ਨਦੀ ਨੂੰ ਕੀ ਲੈਣਾ ਦੇਣਾ? ਤੁਸੀਂ ਪੁੱਜੋ ਜਾਂ ਨਾ ਪੁੱਜੋ, ਨਦੀ ਨੂੰ ਕੀ ਮਤਲਬ ਹੈ? ਨਦੀ ਦੁਸ਼ਮਣ ਨਹੀਂ ਹੈ। ਨਦੀ ਤਾਂ ਆਪਣੀ ਧਾਰ 'ਚ ਵਗੀ ਜਾ ਰਹੀ ਹੈ, ਆਪਣੀ ਮਸਤੀ ਵਿੱਚ। ਉਹਨੂੰ ਆਪਣਾ ਸਾਗਰ ਲੱਭਣਾ ਹੈ, ਤੁਸੀਂ ਉਹ ਤੋਂ ਪੁੱਠੇ ਵਗ ਰਹੇ ਹੋ। ਤੁਹਾਡੇ ਕਾਰਨ ਹੀ ਨਦੀ ਤੁਹਾਨੂੰ ਦੁਸ਼ਮਣ ਮਾਲੂਮ ਹੁੰਦੀ ਹੈ। ਤੁਹਾਡੇ ਕਾਰਨ ਹੀ ਸੰਸਾਰ 'ਚ ਤੁਹਾਨੂੰ ਸਭ ਪਾਸੇ ਦੁਸ਼ਮਣ ਵਿਖਾਈ ਦਿੰਦੇ ਹੈ। ਜਿਉਣ ਦਾ ਮੌਕਾ ਕਿੱਥੇ ਮਿਲੇ। ਦੁਸ਼ਮਣਾਂ ਤੋਂ ਬਚਾਅ ਕਰਨ 'ਚ ਸਮਾਂ ਗੁਜ਼ਰ ਜਾਂਦਾ ਹੈ। ਕਿਵੇਂ ਆਪਣੇ ਨੂੰ ਬਚਾਈਏ, ਇਸ 'ਚ ਅਵਸਰ ਗੁਆਚ ਜਾਂਦਾ ਹੈ। ਪਰਮਾਤਮਾ ਤੋਂ ਦੂਰ ਤਾਂ ਜੀਵਨ ਅਰਥਹੀਨ ਹੋਏਗਾ ਹੀ। ਪਰਮਾਤਮਾ ਤੋਂ ਉਲਟ ਜੀਵਨ ਨਾ ਕੇਵਲ ਅਰਥਹੀਨ ਹੋਏਗਾ, ਬਲਕਿ ਦੁੱਖ ਦਾ ਸੁਪਨਾ ਵੀ ਹੋਏਗਾ। ਦੂਰ ਸੁਪਨਾ ਹੋਏਗਾ, ਉਲਟ ਦੁੱਖ ਦਾ ਸੁਪਨਾ ਹੋ ਜਾਏਗਾ। ਅਤੇ ਤੁਸੀਂ ਜਿਹਨੂੰ ਜੀਵਨ ਕਹਿੰਦੇ ਹੋ, ਉਹ ਨਾਈਟਮੇਅਰ ਹੈ, ਇੱਕ ਦੁੱਖ ਦਾ ਸੁਪਨਾ ਹੈ। ਤੁਸੀਂ ਕਦੇ ਦੁੱਖ ਸੁਪਨੇ ਦਾ ਵਿਚਾਰ ਕੀਤਾ? ਦੁੱਖ ਸੁਪਨੇ ਦਾ ਅਰਥ ਹੁੰਦਾ ਤੁਸੀਂ ਜਾਗਣਾ ਚਾਹੁੰਦੇ ਹੋ, ਜਾਗ ਨਹੀਂ ਸਕਦੇ। ਦੁੱਖ ਸੁਪਨੇ ਦਾ ਅਰਥ ਹੁੰਦਾ ਛਾਤੀ ਉੱਤੇ ਕੋਈ ਚੜ੍ਹਿਆ ਹੋਇਆ, ਤੁਸੀਂ ਹਟਾਉਣਾ ਚਾਹੁੰਦੇ ਹੋ ਪਰ ਹੱਥ ਨਹੀਂ ਹਿਲਦੇ। ਹਟਾਉਣਾ ਚਾਹੁੰਦੇ ਹੋ ਪਰ ਕੋਈ ਸ਼ਕਤੀ ਨਹੀਂ ਹੈ। ਤੁਸੀਂ ਪਾਉਂਦੇ ਹੋ ਕਿ ਕੋਈ ਤੁਹਾਨੂੰ ਪਹਾੜਾਂ ਤੋਂ ਸੁੱਟ ਰਿਹਾ, ਪਰ ਤੁਹਾਡੇ ਕੋਲ ਕੁਝ ਵੀ ਉਪਾਅ ਨਹੀਂ ਹੈ ਆਪਣੇ ਆਪ ਨੂੰ ਬਚਾ ਸਕੋ। ਤੁਸੀਂ ਅੱਖ ਖੋਲ੍ਹਣਾ ਚਾਹੁੰਦੇ ਹੋ, ਅੱਖ ਨਹੀਂ ਖੁੱਲ੍ਹਦੀ। ਤੁਸੀਂ ਹੱਥ ਹਿਲਾਉਣਾ ਚਾਹੁੰਦੇ ਹੋ ਕਿ ਰੋਕਦੇ ਹਾਂ, ਪਰ ਹੱਥ ਨਹੀਂ ਉੱਠਦਾ। ਤੁਸੀਂ ਚੀਕਾਂ ਮਾਰਨੀਆਂ ਚਾਹੁੰਦੇ ਹੋ, ਪਰ ਗਲੇ 'ਚੋਂ ਆਵਾਜ਼ ਨਹੀਂ ਨਿਕਲਦੀ। ਜਿਹੜੀ ਸੁਪਨੇ ਦੀ ਦਸ਼ਾ ਹੈ ਉਹ ਦੁੱਖ ਸੁਪਨਾ ਹੈ, ਨਾਈਟਮੇਅਰ ਹੈ।
ਪਰਮਾਤਮਾ ਤੋਂ ਦੂਰ ਜੋ ਹੈ ਉਹ ਸੁਪਨੇ 'ਚ ਹੈ, ਉਲਟ ਜੋ ਹੈ ਉਹ ਦੁੱਖ ਦੇ ਸੁਪਨੇ 'ਚ ਹੈ। ਤੁਸੀਂ ਆਪਣੇ ਜੀਵਨ ਨੂੰ ਵੇਖੋਗੇ ਤਾਂ ਅਜਿਹਾ ਹੀ ਪਾਓਗੇ। ਨਾ ਅੱਖ ਖੋਲ੍ਹਿਆਂ ਖੁੱਲ੍ਹਦੀ ਹੈ, ਨਾ ਹੱਥ ਹਿਲਾਇਆ ਹਿਲਦਾ ਹੈ, ਨਾ ਛਾਤੀ ਤੋਂ ਭਾਰ ਹਟਦਾ, ਫਿਰ ਵੀ ਜੀ ਰਹੇ ਹੋ, ਤਾਂ ਫਿਰ ਤੁਹਾਡਾ ਜੀਵਨ ਸਿਵਾਏ ਸੰਤਾਪ ਦੇ ਹੋਰ ਕੁਝ ਵੀ ਨਹੀਂ ਹੋ ਸਕਦਾ। ਕੀਰਕਗਾਰਡ, ਸਾਤਰ, ਮਾਰਸ਼ੇਲ, ਹਾਈਡੇਗਰ, ਪੱਛਮ ਦੇ ਵੱਡੇ ਵਿਚਾਰਕ ਕਹਿੰਦੇ ਹਨ ਕਿ ਜੀਵਨ ਸੰਤਾਪ ਹੈ, ਦੁੱਖ ਹੈ। ਇਸ ਵਿੱਚ ਚਿੰਤਾ ਤੋਂ ਮੁਕਤੀ ਦਾ ਕੋਈ ਉਪਾਅ ਨਹੀਂ ਹੈ। ਉਹਨਾਂ ਦੀ ਗੱਲ ਬਹੁਤ ਦੂਰ ਤੱਕ ਸੱਚ ਹੈ। ਜਿਸ ਤਰ੍ਹਾਂ ਦਾ ਤੁਹਾਡਾ ਜੀਵਨ ਹੈ, ਜੇਕਰ ਉਹਦਾ ਹੀ ਅਧਿਐਨ ਕੀਤਾ ਜਾਏ ਤਾਂ ਜੀਵਨ ਇੱਕ ਸੰਤਾਪ ਹੈ। ਪਰ ਇੱਕ ਹੋਰ ਜੀਵਨ ਵੀ ਅਸੀਂ ਜਾਣਿਆ ਹੈ, ਨਾਨਕ ਦਾ, ਕਬੀਰ ਦਾ, ਬੁੱਧ ਦਾ, ਕ੍ਰਿਸ਼ਨ ਦਾ, ਕ੍ਰਾਈਸਟ ਦਾ, ਸਾਡੇ ਤੋਂ ਬਿਲਕੁਲ ਉਲਟ। ਜਿੱਥੇ ਅਸੀਂ ਸੰਤਾਪ ਨਾਲ ਦੱਬੇ ਹੋਏ ਹਾਂ, ਉੱਥੇ ਉਹਨਾਂ ਦੇ ਜੀਵਨ 'ਚ ਇੱਕ ਨਾਚ ਹੈ। ਜਿੱਥੇ ਸਾਡੇ ਅੰਦਰ ਸਿਵਾਏ ਦੁੱਖ ਦੇ ਹੋਰ ਕੁਝ ਵੀ ਨਹੀਂ ਗੂੰਜਦਾ, ਉਹਨਾਂ ਦੇ ਜੀਵਨ 'ਚ ਇੱਕ ਸੰਗੀਤ ਹੈ, ਇੱਕ ਨਾਦ ਹੈ। ਜਿੱਥੇ ਅਸੀਂ ਇਸ ਤਰ੍ਹਾਂ ਟੁਰਦੇ ਹਾਂ ਜਿਵੇਂ ਪੈਰਾਂ 'ਚ ਭਾਰੀਆਂ ਜੰਜੀਰਾਂ ਵੱਜੀਆਂ ਹੋਈਆਂ ਹੋਣ, ਉੱਥੇ ਉਹਨਾਂ ਦੇ ਪੈਰਾਂ 'ਚ ਨਾਚ, ਪੁਲਕ ਹੈ। ਜਿੱਥੇ ਸਾਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਹੋਣਾ ਇੱਕ ਮਹਾਂਪਾਪ ਦਾ ਫਲ ਹੈ, ਉੱਥੇ ਉਹਨਾਂ ਨੂੰ ਵੇਖ ਕੇ ਲੱਗਦਾ ਹੈ ਹੋਣਾ ਇੱਕ ਆਸ਼ੀਰਵਾਦ ਹੈ। ਇੱਕ ਹੋਰ ਵੀ ਢੰਗ ਹੈ ਜਿਉਣ ਦਾ। ਉਸ ਢੰਗ ਦੀ ਕੁੰਜੀ ਹੈ ਈਸ਼ਵਰ ਤੋਂ ਦੂਰ ਨਹੀਂ, ਈਸ਼ਵਰ ਦੇ ਕੋਲ, ਈਸ਼ਵਰ ਦੇ ਉਲਟ ਨਹੀਂ, ਈਸ਼ਵਰ ਦੇ ਮੁਤਾਬਕ। ਜਿਹੜਾ ਧਰਮ ਦੇ ਮੁਤਾਬਕ ਵਗਣ ਲੱਗਦਾ, ਉੱਥੇ ਜੀਵਨ 'ਚ ਬਦਲਾਅ ਹੋ ਜਾਂਦਾ ਹੈ। ਜ਼ਰੂਰਤ ਵੀ ਨਹੀਂ ਹੈ ਕਿ ਤੁਸੀਂ ਉਲਟ ਲੜੋ, ਪਰ ਹੰਕਾਰ ਲੜਾਉਂਦਾ ਹੈ, ਕਿਉਂਕਿ ਹੰਕਾਰ ਮੰਨਦਾ ਹੈ ਕਿ ਜਿੰਨੇ ਤੁਸੀਂ ਜਿੱਤੋਗੇ ਉਨੇ ਹੀ ਵੱਡੇ ਹੋ ਜਾਓਗੇ। ਮਜ਼ਾ ਇਹ ਹੈ ਕਿ ਹੋ ਉਲਟਾ ਰਿਹਾ, ਜਿੰਨੇ ਤੁਸੀਂ ਜਿੱਤਦੇ ਹੋ ਉਨੇ ਹੀ ਤੁਸੀਂ ਛੋਟੇ ਹੁੰਦੇ ਜਾਂਦੇ ਹੋ। ਗਰੀਬ ਆਦਮੀ ਦੇ ਕੋਲ ਤੁਸੀਂ ਵੱਡਾ ਦਿਲ ਵੀ ਪਾ ਲਓ, ਅਮੀਰ ਆਦਮੀ ਦੇ ਕੋਲ ਓਨਾ ਵੱਡਾ ਦਿਲ ਵੀ ਨਹੀਂ ਰਹਿ ਜਾਂਦਾ, ਹੋਰ ਛੋਟਾ ਹੋ ਗਿਆ। ਦਰਿੱਦਰ ਦਾਨ ਵੀ ਦੇ ਦੇਵੇ, ਅਮੀਰ ਦੀ ਦੇਣ ਦੀ ਹਿੰਮਤ ਵੀ ਗੁਆਚ ਜਾਂਦੀ ਹੈ। ਗਰੀਬ ਜ਼ਰਾ ਪ੍ਰੇਮ ਵੀ ਕਰ ਲਏ, ਅਮੀਰਾਂ ਦੇ ਜੀਵਨ 'ਚੋਂ ਪ੍ਰੇਮ ਦੀ ਧੁਨ ਵੀ ਗੁਆਚ ਜਾਂਦੀ ਹੈ। ਪ੍ਰਾਰਥਨਾ ਤੋਂ ਬਹੁਤ ਦੂਰ, ਪਰਮਾਤਮਾ ਦਾ ਬਹੁਤ ਦੂਰ, ਸਧਾਰਨ ਸੁਭਾਵਕ ਪ੍ਰੇਮ ਦੀ ਧੁਨ ਵੀ ਗੁੰਮ ਹੋ ਜਾਂਦੀ ਹੈ। ਜਿੰਨਾ ਤੁਸੀਂ ਇਸ ਸੰਸਾਰ 'ਚ ਇਕੱਠਾ ਕਰਦੇ ਹੋ, ਲੱਗਦਾ ਉਨੇ ਹੀ ਸੁੰਗੜਦੇ ਜਾਂਦੇ ਹੋ, ਛੋਟੇ ਹੁੰਦੇ ਜਾਂਦੇ ਹੋ। ਇਹ ਬਹੁਤ ਵਿਰੋਧਾਭਾਸ ਹੈ। ਜਿੰਨਾ ਤੁਹਾਡੇ ਕੋਲ ਹੁੰਦਾ ਹੈ, ਉਨੇ ਹੀ ਤੁਸੀਂ ਛੋਟੇ ਹੁੰਦੇ ਜਾਂਦੇ ਹੋ। ਤੁਹਾਡੇ ਅੰਦਰ ਦਾ ਆਕਾਸ਼ ਸੁੰਗੜ ਜਾਂਦਾ ਹੈ। ਜੋ ਤੁਹਾਡੇ ਕੋਲ ਹੈ, ਤੁਸੀਂ ਉਸੇ ਦੇ ਲਈ ਡਰੇ ਹੁੰਦੇ ਹੋ, ਤੁਸੀਂ ਉਸੇ ਤੋਂ ਪਰੇਸ਼ਾਨ ਹੁੰਦੇ ਹੋ। ਨਾਨਕ ਕਹਿੰਦੇ ਹਨ ਕਿ ਸ਼ਕਤੀ ਦਾ ਸੂਤਰ ਹੈ ਉਹਦੀ ਕਿਰਪਾ। ਉਹਦੀ ਕਿਰਪਾ ਤਦ ਪ੍ਰਾਪਤ ਹੁੰਦੀ ਹੈ ਜਦ ਤੁਸੀਂ ਆਪਣੇ ਆਪ ਨੂੰ ਬਿਲਕੁਲ ਬੇਆਸਰਾ, ਬੇਸਹਾਰਾ ਸਮਝ ਲੈਂਦੇ ਹੋ, ਬਿਲਕੁਲ ਟੋਟਲ। ਰੱਤੀ ਭਰ ਵੀ ਚਲਾਕੀ ਉੱਥੇ ਨਹੀਂ ਚੱਲੇਗੀ। ਤੁਸੀਂ ਐਵੇਂ ਹੀ ਉੱਪਰੋਂ ਥਾਣੀ ਕਹੋ ਕਿ ਮੈਂ ਬੇਸਹਾਰਾ, ਇਸ ਨਾਲ ਕੁਝ ਨਹੀਂ ਹੋਏਗਾ। ਇਹ ਪ੍ਰਤੀਤੀ ਗਹਿਰੇ 'ਚ ਪ੍ਰਵੇਸ਼ ਹੋ ਜਾਏ, ਇਹ ਪ੍ਰਤੀਤੀ ਤੁਹਾਡੇ ਹਿਰਦੇ 'ਚ ਡੂੰਘੀ ਤੋਂ ਡੂੰਘੀ ਉਤਰ ਜਾਏ, ਇਹ ਪ੍ਰਤੀਤੀ ਤੁਹਾਡੇ ਰੋਮ ਰੋਮ 'ਚ ਗੂੰਜੇ। ਇਹ ਬੁੱਲਾਂ ਦੀ ਪ੍ਰਾਰਥਨਾ ਨਾ ਹੋਵੇ, ਗਲੇ ਦਾ ਬੋਲ ਬਾਣੀ ਨਾ ਹੋਵੇ, ਇਹ ਹਿਰਦੇ ਦੀ ਪ੍ਰਤੀਤੀ ਹੋਵੇ। ਇਹ ਤੁਹਾਡੇ ਅਥਰੂਆਂ ਨਾਲ ਜ਼ਾਹਰ ਹੋਵੇ, ਇਹ ਤੁਹਾਡੇ ਸ਼ਬਦ ਸ਼ਬਦ 'ਚ ਸਮਾ ਜਾਏ, ਇਹ ਤੁਹਾਡੇ ਨਿਸ਼ਬਦ ਵਿੱਚ ਵੀ ਗੂੰਜਦੀ ਰਹੇ। ਤੁਸੀਂ ਉੱਠੋ ਬੈਠੋ ਇਸ ਤਰ੍ਹਾਂ ਜਿਵੇਂ ਕਿ ਤੁਸੀਂ ਪਰਮ ਲਾਚਾਰ ਹੋ। ਤੁਸੀਂ ਕਰ ਕੀ ਸਕਦੇ ਹੋ? ਤੁਹਾਡੇ ਕੀਤੇ ਕੁਝ ਵੀ ਨਹੀਂ ਹੁੰਦਾ, ਤੁਹਾਡਾ ਕੀਤਾ ਅਣਕੀਤਾ ਹੀ ਹੁੰਦਾ ਹੈ। ਤੁਸੀਂ ਜੋ ਕਰਦੇ ਹੋ ਉਸ ਤੋਂ ਜੋ ਨਹੀਂ ਵਾਪਰਨਾ ਚਾਹੀਦਾ ਉਹੀ ਵਾਪਰਦਾ ਹੈ। ਤੁਹਾਡੇ ਕੀਤੇ ਕੁਝ ਵੀ ਨਹੀਂ ਹੁੰਦਾ। ਬਹੁਤ ਪ੍ਰਸਿੱਧ ਕਹਾਵਤ ਹੈ ਅਤੇ ਉਸੇ ਤਰ੍ਹਾਂ ਦੀਆਂ ਕਹਾਵਤਾਂ ਹਨ ਸਾਰੀ ਦੁਨੀਆ ਦੀਆਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਵਿੱਚ। ਲੋਕ ਕਹਿੰਦੇ ਹਨ ਮੈਨ ਪ੍ਰਪੋਜ਼ਿਜ਼ ਐਂਡ ਗੋਡ ਡਿਸਪੋਜ਼ਿਜ਼। ਇਸ ਤੋਂ ਗਲਤ ਕੋਈ ਕਹਾਵਤ ਨਹੀਂ ਹੋ ਸਕਦੀ ਕਿ ਮਨੁੱਖ ਪ੍ਰਸਤਾਵਨਾ ਕਰਦਾ ਹੈ, ਈਸ਼ਵਰ ਇਨਕਾਰ ਕਰ ਦਿੰਦਾ ਹੈ। ਹਾਲਤ ਬਿਲਕੁਲ ਉਲਟੀ ਹੈ। ਗੋਡ ਪ੍ਰਪੋਜ਼ਿਜ਼ ਐਂਡ ਮੈਨ ਡਿਸਪੋਜ਼ਿਜ਼। ਪਰਮਾਤਮਾ ਪ੍ਰਸਤਾਵ ਕਰਦਾ ਹੈ ਅਤੇ ਆਦਮੀ ਇਨਕਾਰ ਕਰਦਾ ਰਹਿੰਦਾ ਹੈ। ਪਰਮਾਤਮਾ ਤੁਹਾਨੂੰ ਸਾਰਾ ਕੁਝ ਦੇ ਦੇਣਾ ਚਾਹੁੰਦਾ ਹੈ। ਇਹ ਅਸਤਿਤਵ ਤਾਂ ਤੁਹਾਡੇ ਲਈ ਲੁੱਟਿਆ ਜਾਣਾ ਚਾਹੁੰਦਾ ਹੈ, ਪਰ ਤੁਹਾਡੇ ਦਰਵਾਜ਼ੇ ਬੰਦ ਹਨ। ਇਹ ਅਸਤਿਤਵ ਤੁਹਾਡੇ 'ਤੇ ਵਰਨਾ ਚਾਹੁੰਦਾ ਹੈ, ਪਰ ਤੁਹਾਡਾ ਘੜਾ ਪੁੱਠਾ ਰੱਖਿਆ ਹੈ। ਇਹ ਅਸਤਿਤਵ ਹਰ ਪਾਸਿਓਂ ਤੁਹਾਡੇ ਅੰਦਰ ਆਉਣਾ ਚਾਹੁੰਦਾ ਹੈ, ਪਰ ਡਰ ਦੇ ਕਾਰਨ ਤੁਸੀਂ ਦਰਾਰ ਵੀ ਨਹੀਂ ਛੱਡੀ ਕਿ ਕੋਈ ਅੰਦਰ ਪ੍ਰਵੇਸ਼ ਕਰ ਸਕੇ। ਅੰਦਰ ਤੁਸੀਂ ਇੰਨਾ ਕੂੜਾ ਕਰਕਟ ਕਬਾੜ ਇਕੱਠਾ ਕਰ ਰੱਖਿਆ ਕਿ ਉੱਥੇ ਥਾਂ ਵੀ ਨਹੀਂ ਹੈ ਕਿ ਕੋਈ ਪ੍ਰਵੇਸ਼ ਕਰ ਸਕੇ, ਬੈਠ ਸਕੇ। ਪਰਮਾਤਮਾ ਦੇ ਬੈਠਣ ਲਾਇਕ ਥਾਂ ਵੀ ਤੁਹਾਡੇ ਅੰਦਰ ਨਹੀਂ ਹੈ। ਧੰਨਵਾਦ। ਚੱਲਦਾ।